ਧੰਨ ਵਾਹਿਗੁਰੂ ਸਾਹਿਬ ਜੀ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ। ਬਿਖਮ ਮਾਰਗ ਚਲਣਾ, ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ। ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ। ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ। ਹਰ ਬਾਸਨਾ ਸਮਾਣੀ, ਕਹੈ ਨਾਨਕ ਚਾਲ ਭਗਤਾ। ਜੁਗੋ ਜੁਗ ਨਿਰਾਲੀ, ਗੁਰ ਪ੍ਰਸਾਦੀ ਜਿਨੀ ਆਪ ਤਜਿਆ। ਹਰ ਬਾਸਨਾ ਸਮਾਣੀ, ਕਹੈ ਨਾਨਕ ਚਾਲ ਭਗਤਾ। ਜੁਗੋ ਜੁਗ ਨਿਰਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਅਤੀ ਵਡਭਾਗੇ ਹੋ ਜੋ ਕਿ ਨਿਤ ਕਰਮ ਅਨੁਸਾਰ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਵੱਲੋਂ ਬਖਸ਼ਿਆ ਹੋਇਆ ਅਮੋਲਕ ਮਨੁੱਖਾ ਜਨਮ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਸਤਿਗੁਰਾਂ ਦੀ ਕਿਰਪਾ ਸਦਕਾ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਆਨੰਦ ਸਾਹਿਬ ਜੀ ਦੀ ਲੜੀਵਾਰ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਹੁਣੇ ਆਪ ਜੀ ਨੇ 14ਵੀਂ ਪੌੜੀ ਦਾ ਮੂਲ ਪਾਠ ਸਰਵਣ ਕੀਤਾ ਹੈ। ਭਗਤਾਂ ਕੀ ਚਾਲ ਨਿਰਾਲੀ। ਜੋ ਸਤਿਗੁਰੂ ਮਹਾਰਾਜ ਨੇ 13ਵੀਂ ਪੌੜੀ ਦੇ ਵਿੱਚ ਬਖਸ਼ਿਸ਼ ਕੀਤੀ ਸੀ ਕਿ ਜਿਸ ਮਨੁੱਖ ਦੇ ਉੱਪਰ ਪ੍ਰਮਾਤਮਾ ਕਿਰਪਾ ਕਰਦਾ ਹੈ, ਜਿਸ ਮਨੁੱਖ ਦੇ ਉੱਪਰ ਪ੍ਰਮਾਤਮਾ ਤਰੁੱਠਦਾ ਹੈ, ਉਸ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਕਹੇ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਉਸ ਨੂੰ ਗੁਣਾਂ ਦੇ ਨਾਲ ਭਰਪੂਰ ਕਰ ਦਿੰਦਾ ਹੈ। ਉਹ ਭਗਤ ਜਨ ਹਨ ਜਿਹੜੇ ਇੱਕ ਵੇਖ ਪਰਸਣ ਆਇਆ, ਜਿਨ੍ਹਾਂ ਦੇ ਅੰਦਰ ਇਹ ਗੁਣ ਪੈਦਾ ਹੋ ਗਿਆ, ਲੱਭ ਲੋਭ ਹੰਕਾਰ ਚੂਕਾ, ਸਤ ਗੁਰੂ ਭਲਾ ਪਾਇਆ। ਤੇ ਸਤਿਗੁਰੂ ਇੱਥੇ ਕਿਰਪਾ ਕਰ ਰਹੇ ਆ, ਕਹਿੰਦੇ ਜਿਹੜੇ ਪ੍ਰਭੂ ਦੇ ਪਿਆਰੇ ਹਨ, ਉਹਨਾਂ ਦੀ ਜਿਹੜੀ ਜੀਵਨ ਦੀ ਜੁਗਤ ਹੈ, ਉਹਨਾਂ ਦੇ ਜਿਉਣ ਦਾ ਜਿਹੜਾ ਢੰਗ ਹੈ, ਉਹ ਸੰਸਾਰ ਤੋਂ ਅਲੱਗ ਹੈ। ਇੱਕ ਅਸੀਂ ਪੰਕਤੀ ਪੜ੍ਹਦੇ ਹਾਂ, ਦੋਨੇ ਅਲੱਗ-ਅਲੱਗ ਗੱਲਾਂ ਹਨ। ਸਤਿਗੁਰੂ ਨੇ ਮਾਰਗ ਦੀ ਵੀ ਗੱਲ ਕੀਤੀ ਤੇ ਪੌੜੀ ਦੀ ਵੀ ਗੱਲ ਕੀਤੀ ਹੈ। ਮਾਰਗ ਤੇ ਆਪਾਂ ਚੱਲਦੇ ਹਾਂ, ਪੌੜੀ ਦੇ ਉੱਪਰ ਚੜ੍ਹਦੇ ਹਾਂ। ਪਰ ਇੱਕ ਪੰਕਤੀ ਦੇ ਵਿੱਚ ਸਤਿਗੁਰੂ ਜੀ ਕਹਿ ਰਹੇ ਆ, ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਮਾਰਗ ਤੇ ਚੱਲਣਾ ਬੜਾ ਸੌਖਾ ਹੈ। ਤੁਸੀਂ 10 ਕਿਲੋਮੀਟਰ ਚੱਲੇ, ਅਚਾਨਕ ਕਿਤੇ ਠੋਕਰ ਲੱਗ ਜਾਂਦੀ ਹੈ, ਬੰਦਾ ਡਿੱਗ ਜਾਂਦਾ। ਜਦੋਂ ਡਿੱਗ ਗਿਆ ਕੱਪੜੇ ਝਾੜ ਕੇ ਫਿਰ ਚੱਲ ਪੈਂਦਾ ਹੈ। ਪਰ ਜਿਹੜੀ ਪੌੜੀ ਹੁੰਦੀ ਹੈ ਉਹ ਤੇ ਸਟੈਪ ਬਾਈ ਸਟੈਪ ਚੜ੍ਹਨਾ ਪੈਂਦਾ ਹੈ।
ਜੇ ਤੁਸੀਂ ਪਹਿਲੇ ਪੌਡੇ ਤੋਂ ਵੀ ਡਿੱਗ ਪਏ ਤੇ ਫਿਰ ਵੀ ਨੁਕਸਾਨ ਹੈ। ਜੇ ਆਖਰ ਤੋਂ ਜਾ ਕੇ ਡਿੱਗ ਪਏ ਫਿਰ ਵੀ ਤੁਹਾਨੂੰ ਦੁਬਾਰਾ ਸਫ਼ਰ ਸ਼ੁਰੂ ਕਰਨਾ ਪਏਗਾ। ਮਾਰਗ ਤੇ ਤਾਂ ਉੱਥੋਂ ਬੰਦਾ ਫਿਰ ਉੱਥੋਂ ਚੱਲ ਪੈਂਦਾ ਹੈ। ਪੌੜੀ ਤੋਂ ਡਿੱਗਦਾ ਤੇ ਸੱਟਾਂ ਵੀ ਬਹੁਤ ਲੱਗਦੀਆਂ, ਪਰ ਉਹੀ ਪਹੁੰਚਦਾ ਹੈ ਜਿਹੜਾ ਮਾਰਗ ਤੇ ਚੱਲਦਾ ਹੈ, ਪ੍ਰਭੂ ਦੇ ਮਾਰਗ ਤੇ ਚੱਲਦਾ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਕੋਈ ਵਿਰਲਾ ਹੀ ਵੱਡੇ ਭਾਗਾਂ ਵਾਲਾ ਜਿਹੜਾ ਇਸ ਪੌੜੀ ਤੇ ਪਹੁੰਚ ਜਾਂਦਾ ਹੈ। ਹੁਣ ਸਾਹਿਬ ਜੀ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹੈ ਕੇਰੀ ਬਿਖਮ ਮਾਰਗ ਚੱਲਣਾ। ਬਿਖਮ ਕਹਿੰਦੇ ਔਖੇ ਰਸਤੇ ਤੇ ਚੱਲਦੇ ਆ। ਮਤਲਬ ਇਹ ਨਹੀਂ ਕਿ ਉਹਨਾਂ ਦੀ ਚਾਲਣ ਦੀ ਕੋਈ ਅਲੱਗ ਚਾਲ ਹੈ ਵੀ ਔਖੇ ਹੋ ਕੇ ਚੱਲਦੇ ਆ, ਬਾਹਾਂ ਉਲਾਰ ਕੇ ਚੱਲਦੇ ਆ। ਉਹਨਾਂ ਦੀ ਜੀਵਨ ਦੀ ਜੁਗਤ ਹੀ ਅਲੱਗ ਹੈ, ਦੁਨੀਆ ਤੋਂ ਅਲੱਗ ਹਨ। ਦੁਨੀਆ ਪੂਜਦੀ ਆ ਕਬਰਾਂ ਨੂੰ, ਦੁਨੀਆ ਮੱਥਾ ਟੇਕਦੀ ਆ ਮੁਰਦਿਆਂ ਨੂੰ, ਪਰ ਭਗਤ ਦੀ ਚਾਲ ਜਿਹੜੀ ਹੈ ਉਹ ਗੁਰੂ ਦੀ ਚਾਲ ਹੈ। ਕਹਿੰਦੇ ਹਨ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ। ਲੋਕੀ ਪੂਜਦੇ ਆ ਦੇਵੀ ਦੇਵਤਿਆਂ ਨੂੰ ਤੇ ਉਹ ਕਹਿੰਦੇ ਆ ਕਿ ਪੂਜੋ ਰਾਮ ਏਕ ਹੀ ਦੇਵਾ, ਉਹਦੀ ਪੂਜਾ ਕਰਨੀ ਹੈ। ਪੂਜਾ ਕੀਚੇ ਨਾਮ ਤੇ ਆਈਏ ਬਿਨ ਨਾਵੇ ਪੂਜ ਨਾ ਹੋਈ। ਦੁਨੀਆ ਵਰਤ ਰੱਖਦੀ ਆ, ਪੂਜਾ ਕਰਦੀ ਹੈ, ਤਿਲਕ ਲਾਉਂਦੀ ਹੈ, ਬਹੁਤ ਕੁਝ ਸਤਿਗੁਰ ਨੇ ਬਾਣੀ ਦੇ ਵਿੱਚ ਵੀ ਬਖਸ਼ਿਸ਼ ਕੀਤਾ। ਪਰ ਭਗਤ ਕੀ ਕਰਦਾ ਹੈ? ਕਹਿੰਦੇ ਹਨ ਪਹਿਲਾਂ ਤਾਂ ਉਹਨਾਂ ਦੀ ਗੱਲ ਕੀਤੀ, ਕਹਿੰਦੇ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁ ਦੇਣ। ਭਗਤ ਨੂੰ ਪਤਾ ਕਿ ਕਹੂ ਨਾ ਭੀਜੇ ਸੰਜਮ ਸੁਆਮੀ ਬੋਲੇ ਮੀਠੇ ਵੈਣ। ਭਗਤ ਨੂੰ ਇਹ ਪਤਾ ਕਿ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੇ ਸਭ ਤਾਂ ਕੋ ਬਿਖਮ ਨਾ ਜਾਈ ਲੈ। ਤੇ ਕਹਿੰਦੇ ਨੇ ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਆਇਆ, ਤੇ ਕਦੇ ਵੀ ਜੋੜ ਨਹੀਂ ਬਣ ਸਕਦਾ। ਅਸੀਂ ਦੁਨਿਆਵੀ ਤੌਰ ਤੇ ਵਿਚਰਦੇ ਹਾਂ, ਪਰ ਉਹ ਰਹਿੰਦੇ ਸੰਸਾਰ ਦੇ ਵਿੱਚ ਆ, ਪਰ ਉਹਨਾਂ ਦੀ ਜਿਹੜੀ ਸੁਰਤ ਹੈ ਉਹ ਨਿਰੰਕਾਰ ਦੇ ਵਿੱਚ। ਕਿਉਂਕਿ ਅਸੀਂ ਥੋੜ੍ਹੇ ਸਮੇਂ ਦੇ ਵਿੱਚ ਥੋੜ੍ਹਾ ਜਿਹਾ ਭਿੱਜ ਜਾਂਦੇ ਹਾਂ, ਥੋੜ੍ਹੇ ਜਿਹੇ ਫਿਰ ਅਸੀਂ ਸੁੱਕ ਵੀ ਜਾਂਦੇ, ਜਲਦੀ ਸੁੱਕ ਜਾਂਦੇ। ਗੁਰੂ ਕਲਗੀਧਰ ਪਾਤਸ਼ਾਹ ਨੂੰ ਪੁੱਛਿਆ ਸੀ ਗੁਰੂ ਕੇ ਸਿੱਖਾਂ ਨੇ, ਗੁਰੂ ਮਹਾਰਾਜ ਸੰਗਤ ਵਿੱਚ ਦੇਖਦੇ ਹਾਂ ਕਿ ਕਈ ਪ੍ਰਕਾਰ ਦੇ ਸਿੱਖ ਆਉਂਦੇ ਆ ਤੇ ਸਾਨੂੰ ਸਮਝ ਨਹੀਂ ਲੱਗਦੀ। ਗੁਰੂ ਸਾਹਿਬ ਸਾਰੇ ਤੁਹਾਡਾ ਹੀ ਉਪਦੇਸ਼ ਸੁਣਦੇ ਆ, ਪਰ ਜੀਵਨ ਦੇ ਵਿੱਚ ਬੜਾ ਫਰਕ ਹੁੰਦਾ ਹੈ। ਅਲੱਗ-ਅਲੱਗ ਜੀਵਨ ਸਿੱਖ ਜੀ ਰਹੇ ਹਨ। ਸਤਿਗੁਰੂ ਜੀ ਨੇ ਮਿੱਟੀ ਦੀ ਢੇਲੀ ਬਣਾਈ, ਕਹਿੰਦੇ ਮਿੱਟੀ ਦੀ ਢੇਲੀ ਲੈ ਕੇ ਆਓ, ਪਾਣੀ ਵਿੱਚ ਪਾ ਦਿਓ। ਉਹ ਪਾਣੀ ਵਿੱਚ ਘੁਲ ਤਾਂ ਜਾਂਦੀ ਆ, ਪਰ ਮਿੱਟੀ ਥੱਲੇ ਜੰਮ ਜਾਂਦੀ ਹੈ। ਫਿਰ ਸਤਿਗੁਰੂ ਜੀ ਨੇ ਇੱਕ ਕੱਪੜਾ ਬਣਾਇਆ, ਕਹਿੰਦੇ ਇਹਨੂੰ ਪਾਣੀ ਦੇ ਵਿੱਚ ਭਿਉਂ ਦਿਓ। ਪਾਣੀ ਵਿੱਚ ਭਿਉਂ ਦਿੱਤਾ ਤੇ ਬਾਹਰ ਕੱਢ ਦਿਓ ਤੇ ਕੱਪੜਾ ਸੁੱਕ ਗਿਆ, ਥੋੜੀ ਦੇਰ ਬਾਅਦ ਇਹ ਸੁੱਕ ਗਿਆ। ਫਿਰ ਸਤਿਗੁਰੂ ਜੀ ਨੇ ਆਖਿਆ ਕਿ ਪਤਾਸੇ ਲੈ ਕੇ ਆਓ। ਪਤਾਸੇ ਪਾਣੀ ਦੇ ਵਿੱਚ ਪਾ ਦਿੱਤੇ, ਉਹ ਘੁਲ ਗਏ, ਪਾਣੀ ਦੇ ਵਿੱਚ ਪਾਣੀ ਦੇ ਰੂਪ ਹੋ ਗਏ। ਸਾਹਿਬ ਜੀ ਕਹਿੰਦੇ ਤੁਹਾਡੀ ਗੱਲ ਦਾ ਜਵਾਬ ਕਈ ਆਉਂਦੇ ਆ, ਅਸਰ ਹੋ ਜਾਂਦਾ, ਘੁਲ ਮਿਲ ਜਾਂਦੇ ਆ, ਪਰ ਹੰਕਾਰ ਦੀ ਮਿੱਟੀ ਜੰਮ ਜਾਂਦੀ ਉਹਨਾਂ ਦੇ ਅੰਦਰ। ਇੱਕ ਉਹ ਹੁੰਦੇ ਆ, ਮੇਰੇ ਵਰਗਿਆਂ ਦੀ ਗੱਲ ਕੀਤੀ ਵੀ ਭਿੱਜ ਵੀ ਗਏ, ਬਾਹਰ ਜਾ ਕੇ ਸੁੱਕ ਗਏ, ਵੀ ਕੀ ਸੁਣ ਕੇ ਆਏ ਪਤਾ ਹੀ ਕੁਛ ਨਹੀਂ ਹੈ, ਕੀ ਗੁਰੂ ਸਾਹਿਬ ਨੇ ਹੁਕਮ ਦਿੱਤਾ ਹੈ। ਗਿੱਲੇ ਤਾਂ ਹੋਏ ਆ ਪਰ ਸੁੱਕ ਵੀ ਜਲਦੀ ਜਾਂਦੇ ਆ। ਪਰ ਉਹਨਾਂ ਗੁਰਮੁਖਾਂ ਦੀ ਅਵਸਥਾ ਜਿਨ੍ਹਾਂ ਦੀ ਅੱਜ ਗੱਲ ਕਰ ਰਹੇ, ਕਹਿੰਦੇ ਭਗਤਾਂ ਕੀ ਚਾਹਣ ਡਾਲੇ, ਉਹ ਫਿਰ ਇੱਕ ਮਿਕ ਹੋ ਗਏ, ਚੜਿਆ ਹੋਏ ਅਕੀਸ, ਉਹ ਪੌੜੀ ਚੜ ਗਏ। ਸੰਤ ਕਾ ਮਾਰਗ ਧਰਮ ਕੀ ਪੌੜੀ, ਉਹਨਾਂ ਨੇ ਇਸ ਚੀਜ਼ ਨੂੰ ਪ੍ਰਾਪਤ ਕਰ ਲਿਆ। ਤੇ ਸਾਹਿਬ ਜੀ ਕਹਿ ਰਹੇ ਆ ਭਗਤਾਂ ਕੀ ਚਾਲ ਨਿਰਾਲੀ, ਉਹਨਾਂ ਦਾ ਜਿਉਣ ਦਾ ਢੰਗ ਸੰਸਾਰ ਤੋਂ ਬਿਲਕੁਲ ਅਲੱਗ ਹੈ। ਉਹ ਸੰਸਾਰ ਦੇ ਵਿੱਚ ਰਹਿੰਦੇ, ਸੰਸਾਰ ਦੇ ਵਿੱਚ ਹੈ, ਪਰ ਉਹ ਸੰਸਾਰ ਤੋਂ ਬਿਰਕਤ ਹਨ।
ਨਿਰਲੇਪ ਹਨ। ਸਭ ਕਹਿੰਦੇ ਚਾਲਾ ਨਰਾਲੀ ਭਗਤ ਹੈ ਕੇਰੀ, ਬਿਖਮ ਮਾਰਗ ਚੱਲਣਾ। ਬੜੇ ਬਿਖਮ ਮਾਰਗ ਤੇ ਚੱਲਦੇ, ਕਿਉਂਕਿ ਜਿਨ੍ਹਾਂ ਤੇ ਸਤਿਗੁਰੂ ਨੇ ਕਿਰਪਾ ਕਰ ਦਿੱਤੀ। ਤੁਹਾਨੂੰ ਉਹ ਵੀ ਮਿਲ ਜਾਣਗੇ ਜਿਹੜੇ ਭਗਤ ਕਹਾਉਂਦੇ ਆ ਪਰ ਭਗਤ ਨਹੀਂ ਹੁੰਦੇ, ਪਰ ਜਿਹੜੇ ਹਨ। ਸਾਡਾ ਤਾਂ ਇਤਿਹਾਸ ਗੁਰਬਾਣੀ ਭਰੀ ਪਈ ਹੈ। ਭਗਤਾਂ ਨੇ ਸਮਝਾਉਣ ਵਾਸਤੇ ਗਏ ਆ, ਉਹਨਾਂ ਨੂੰ ਪਤਾ ਨਹੀਂ ਸੀ ਕਿ ਰੱਬ ਜਿਹੜਾ ਹੈ ਪੱਥਰਾਂ ਦੇ ਵਿੱਚ ਰੱਬ ਨਹੀਂ ਹੁੰਦਾ। ਉਹਨਾਂ ਨੇ ਕਿਹਾ, ਆਪ ਕਿਹਾ, ਭਗਤ ਨਾਮਦੇਵ ਜੀ ਆਪ ਕਹਿੰਦੇ ਆ, ਏਕੇ ਪਾਥਰ ਕੀਚੇ ਪਾਓ, ਦੂਜੇ ਪਾਥਰ ਧਰੀਏ ਪਾਓ, ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹੇ ਨਾਮਦੇਵ ਹਮ ਹਰ ਕੀ ਸੇਵਾ। ਲੋਕਾਂ ਨੂੰ ਸਮਝਾਇਆ ਸੀ ਵੀ ਇੱਥੇ ਪੱਥਰਾਂ ਦੇ ਵਿੱਚ ਰੱਬ ਨਹੀਂ ਵਸਦਾ, ਭਾਵੇਂ ਆਪ ਧੱਕੇ ਖਾ ਲਏ ਪਰ ਸਾਨੂੰ ਸਮਝਾ ਗਏ। ਰੱਬ ਨੂੰ ਮੁਖਾਬਤ ਕੀਤਾ, ਕਹਿਣ ਲੱਗੇ, ਹੇ ਪ੍ਰਮਾਤਮਾ ਹਸਤ ਖਿਲਤ ਤੇਰੇ ਦਿਉਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹਿੰਦੜੀ ਜਾਤ ਮੇਰੀ ਜਾਤ ਚ ਮਰਾਇਆ, ਸੀਪੇ ਕੇ ਜਨਮ ਕਾਹੇ ਕੋ ਆਇਆ। ਜਿਹੜੇ ਭਗਤ ਨਾਮਦੇਵ ਨੇ ਲੋਕਾਂ ਨੂੰ ਪੱਥਰਾਂ ਦੇ ਵਿੱਚੋਂ ਕੱਢਿਆ ਤੇ ਉਹ ਲੋਕ ਅੱਜ ਵੀ ਫਸ ਗਏ। ਭਗਤ ਨਾਮਦੇਵ ਦੀ ਮੂਰਤੀ ਬਣਾ ਦਿੱਤੀ। ਜੇ ਭਗਤ ਨਾਮਦੇਵ ਦੇ ਦਰਸ਼ਨ ਕਰਨੇ ਤੇ ਉਹਨਾਂ ਦੀ ਬਾਣੀ ਦੇ ਵਿੱਚੋਂ ਕੀਤੇ ਜਾ ਸਕਦੇ। ਤੇ ਇਹ ਚਾਲ ਹੈ ਉਹਨਾਂ ਦੀ ਵੱਖਰੀ ਹੈ, ਸੰਸਾਰ ਦੇ ਵਿੱਚ ਰਹਿੰਦਿਆਂ ਜੀਵਨ ਜੁਗਤ ਉਹਨਾਂ ਦੀ ਵੱਖਰੀ ਹੈ। ਭਗਤਾਂ ਕੀ ਚਾਲ, ਅਸੀਂ ਲੋਕ ਲਾਜ ਕਰ ਲੈਂਦੇ ਵੀ ਲੋਕ ਕੀ ਕਹਿਣਗੇ। ਜੇ ਪੁੱਤਰ ਦੀ ਸ਼ਾਦੀ ਵਿੱਚ ਸ਼ਰਾਬ ਨਾ ਪਿਲਾਈ ਲੋਕੀ ਤਾਂ ਨਾਰਾਜ਼ ਹੋ ਜਾਣਗੇ, ਮਾਸ ਨਾ ਖਿਲਾਇਆ ਤੇ ਲੋਕੀ ਨਾਰਾਜ਼ ਹੋ ਜਾਣਗੇ। ਤੇ ਫਿਰ ਪਤਾ ਹੀ ਹੈ ਵੀ ਗੁਰਦੁਆਰੇ ਤਾਂ ਕਈ ਦਿਨ ਕਿ ਗੁਰਮੁਖ ਪਰਿਵਾਰ ਹੈ, ਆਨੰਦ ਕਾਰਜ ਵੀ ਹੋ ਜਾਏਗਾ, ਪਰ ਉਹਦੇ ਵਿੱਚ ਦੁੱਖ ਹੈ, ਉਹਦੇ ਵਿੱਚ ਦੁੱਖ ਹੈ। ਕਿਉਂਕਿ ਲੋਕ ਲਾਜ ਜਿਹੜੀ ਲੋਕੀ ਕੀ ਕਹਿਣਗੇ, ਇਹ ਨਹੀਂ ਕਿ ਜਦੋਂ ਅਸੀਂ ਇਹ ਸਮਝਣਾ ਸ਼ੁਰੂ ਕੀਤਾ ਕਿ ਸਤਿਗੁਰੂ ਕੀ ਕਹੇਗਾ। ਸਭ ਕਹਿੰਦੇ ਹਨ, ਹਮ ਅੰਧਲੇ ਅੰਧ ਵਿਖੇ ਬਿਖਰਾਤੇ, ਕਿਉਂ ਚਾਲੇ ਗੁਰ ਚੱਲ। ਕਿ ਅਸੀਂ ਕਿੱਦਾਂ ਤੇਰੇ ਮਾਰਗ ਤੇ ਚੱਲੀਏ। ਅਸੀਂ ਚੱਲਦੇ ਜ਼ਰੂਰ, ਮਾਫ ਕਰਨਾ, ਇਹ ਨਹੀਂ ਕਿ ਅਸੀਂ ਚੱਲ ਨਹੀਂ ਰਹੇ, ਚੱਲ ਰਹੇ ਹਾਂ, 2 ਕਦਮ ਚੱਲਦੇ ਹਾਂ ਤੇ 4 ਕਦਮ ਪਿੱਛੇ ਹੋ ਜਾਣੇ। ਵੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨ ਲਿਆ ਤੇ ਸਰਾਧ ਵੀ ਬਣਾ ਲਏ, ਭਾਵੇਂ ਉਹ ਤਰੀਕਾ ਕੋਈ ਵੀ ਵਰਤ ਲਿਆ, ਤਰੀਕਾ ਕੋਈ ਵੀ ਵਰਤ ਲਿਆ, ਭਾਵੇਂ ਅਰਦਾਸ ਹੀ ਕਰਾ ਲਈ, ਤਰੀਕਾ ਕੋਈ ਵੀ ਵਰਤ ਲਿਆ, ਪਰ ਸਰਾਧ ਵੀ ਕਰ ਲਏ। ਇੱਥੇ ਕਹਿ ਵੀ ਦਿੱਤਾ ਕਿ ਸਭ ਸਿੱਖਣ ਕੋ ਹੁਕਮ ਹੈ ਤੇ ਵਰਤ ਵੀ ਰੱਖ ਲਏ। ਉਹ ਕੰਮ 2 ਕਦਮ ਅੱਗੇ ਚਲੇ ਗਏ, 4-5 ਕਦਮ ਪਿੱਛੇ ਕਰ ਲਏ, ਤੇ ਉਹਦੇ ਨਾਲ ਕੋਈ ਫਿਰ ਫਰਕ ਪੈਣ ਵਾਲਾ ਨਹੀਂ ਹੈ। ਤੇ ਅਰਦਾਸ ਕੀਤੀ, ਸਤਿਗੁਰੂ ਜੀ ਹਮ ਅੰਧਲੇ ਅੰਧ ਵਿਖੇ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਸਭ ਕਹਿੰਦੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਨ ਮਾਨੋ, ਹਰ ਹਰ ਕਥਾ ਨਾਲ। ਕਿ ਜੋ ਗੁਰੂ ਕਹਿ ਰਿਹਾ ਉਸ ਚਾਲ ਦੇ ਵਿੱਚ ਚੱਲਣਾ ਹੈ। ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਚੱਲਣ ਨਾਲ ਨਹੀਂ ਹੋਏਗਾ, ਕਹਿੰਦੇ ਜਿੰਨੇ ਤੱਕ ਉਸ ਮਾਰਗ ਦੇ ਬਾਰੇ ਸਾਨੂੰ ਸਮਝ ਹੀ ਨਹੀਂ ਹੋਏਗੀ। ਅਸੀਂ ਉਲਟਾ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਆ ਜਿਹੜੇ ਸੜਕਾਂ 'ਤੇ ਜਾਂਦੇ ਆ, ਟ੍ਰੈਫਿਕ ਦੇ ਨਿਯਮ ਬਣਦੇ ਆ, ਜਿੱਦਾਂ ਹੁਣ ਆਪਾਂ ਖੱਬੇ ਪਾਸੇ ਚੱਲਦੇ ਆ, ਸਾਡੇ ਹਿੰਦੁਸਤਾਨ ਦਾ ਰੂਲ ਹੈ। ਜੇ ਹੁਣ ਬੰਦਾ ਜਿੱਦ ਕਰੇ ਕਿ ਮੈਂ ਤਾਂ ਸੱਜੇ ਪਾਸੇ ਗੱਡੀ ਚਲਾਉਣੀ ਆ, ਫਿਰ ਤਾਂ ਐਕਸੀਡੈਂਟ ਹੀ ਹੋਏਗਾ ਨਾ, ਪਹੁੰਚਣਾ ਨਹੀਂ ਘਰ। ਜਾਂ ਜ਼ਿਆਦਾ ਜਿੱਦ ਕਰੇਗਾ ਤਾਂ ਮੌਤ ਹੋਏਗੀ। ਜਿੱਧਰ ਨਿਯਮ ਬਣਾਇਆ ਹੈ, ਜੇ ਉਲਟਾ ਚੱਲੇਗਾ ਤਾਂ ਫਿਰ ਦੁਖੀ ਹੋਏਗਾ। ਅਸੀਂ ਸੋਚਦੇ ਹਾਂ ਆ ਵੀ ਕੰਮ ਹੋ ਜਾਏ ਤੇ ਆ ਵੀ ਹੋ ਜਾਏ। ਸਭ ਕਹਿੰਦੇ ਨਹੀਂ ਭਾਈ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਚਰਨ ਚਲੋ ਮਾਰਗ ਗੋਬਿੰਦ, ਮਾਰਗ ਤੇ ਚੱਲ ਤਾਂ ਰਿਹਾ ਹੈ, ਪਰ ਪਾਪ ਤੇਰੇ ਉਦਣ ਖਤਮ ਹੋਣਗੇ। ਮੈਨੂੰ ਤਾਂ 50 ਸਾਲ ਹੋ ਗਏ ਗੁਰਦੁਆਰੇ ਜਾਂਦੇ ਆ, ਬਾਣੀ ਪੜ੍ਹਦਿਆਂ ਨੂੰ, ਪਰ ਮੇਰੇ ਪਾਪ ਖਤਮ ਨਹੀਂ ਹੋਏ। ਸਾਹਿਬ ਜੀ ਕਹਿੰਦੇ ਮਿਟੇ ਪਾਪ ਜਪੀਏ ਹਰ ਬਿੰਦ। ਬਿੰਦ ਕਹਿੰਦੇ ਹਰੇਕ ਸਾਹ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰ। ਇਹੀ ਫਰਕ ਹੈ ਤੇਰੇ ਵਿੱਚ ਤੇ ਉਹਨਾਂ ਭਗਤਾਂ ਦੇ ਵਿੱਚ। ਉਹ ਇੱਕ ਅਵਸਥਾ ਹੈ ਜਿਹਨੂੰ ਸਤਿਗੁਰੂ ਜੀ ਅੱਜ ਬਿਆਨ ਕਰ ਰਿਹਾ।
गुरु अमरदास महाराज जी सब कहते भगतां की चाल निराली, चाला निराली भगतां केरी बिखम मार्ग चलना। इत्थे मार्ग दे गग्गे नूं सियारीए, उस बिखम मार्ग दे उपर चलते हैं, औखे रस्ते ते चलते हैं। दुनिया बहुत कुछ कहती है। सतगुरु जी गए तो लोग कहते ये राह ते नहीं चलता, ये कुराइया है, ये तो कुराइया है। कोई आखे भूतना, को कहे बिताला, कोई आखे आदमी नानक विचार। तो ये तो अलग रस्ते ते चल रहा है। कबीर साहब ने आख्या कहते तो भूतना है, बताला है, ये तो बौरा हो गया। लोगों को समझ नहीं, उस वेले उन्होंने कोई सत्कार नहीं मिलिया जिस वेले वो शरीरक तौर पर सन। जिदन लोगों को गल समझ लगी वो समा हो चुका सी, उस वेले विरोध किया गया, विरोध के उपर आ गए। कितना विरोध होया गुरु नानक साहब जी, पर जो सच की गल जी सच नूं बुलंद किया, वो आवाज़ सब जगह जाके दसिया, भाई जेड़े मार्ग ते तेरी चाल तुसी चल रहे हो ना, ये चाल गलत है। भावें साकियां छोटियां छोटियां भी पानी दे रहे हैं, सूरज नूं पानी दे रहे। गुरु साहब जी चाल अलग सी, वो अलग पासे पानी देन लग गए। तो हुण गुरु साहब का समझाउण दा तरीका भी अलग सी। पुछया कि तुसी किधर पानी दे रहे हो, पहला तुसी कित्थे दे रहे हो? असी जी पितरां नूं पानी दे रहे हैं। किन्नी दूर है? करोड़ां मील दूर है। मेरा हरिद्वार तो करतारपुर की मेरी 350 मील है, तो जे तुहाडा उत्थे करोड़ां मील पानी पहुँच सकता तो मेरा इत्थे क्यों नहीं पहुँच सकता? एक तरीका सी। तुसी आरती कर रहे हो, जगत का नाथ, आओ मैं तुहानूं दिखाना रब की आरती की है। ये दीवे बाल के आरती नहीं होंदी, आओ मैं तुहानूं असली आरती दसदा। सब कहते गगन में थाल रब चंद दीपक बने, तारका मंडल जनक मूर्ति। पढ़ रहे हैं, अफसोस की गल है, दुखांत यह है साडे जीवन का, माफ़ करना। असी पढ़ भी रहे, साडे गुरुद्वारियां दे विच भी पढ़ रहे हैं, पढ़ भी रहे हैं, दीवे घुमा भी रहे हैं। गुरु साहब जी उसका खंडन किया, मूँह दे नाल की पढ़ रहे हैं? नाम तेरो दीवा, नाम तेरो बाती, नाम तेरो तेल लै माहे पसार। ते नाले भी पढ़ रहे, हर के नाम बिन झूठे सगल पसारे। नाम ही सब कुछ है, इत्थे फिर झूठे पसारे आप ही करी जा रहे हैं। जितों सतगुर ने रोकया, कहते आओ मैं तुहानूं दसदा किहड़ी। गुरु साहब जी ने सरलेख ही लिखिया आरती, वो शब्द का सरलेख ही आरती है। 16 शब्द दे विच भी वो शब्द पढ़ते हैं आप। उन्हां दी चाल जिहड़ी सी, आओ तुसी नवाज पढ़ो। गुरु साहब कहते तुसी तुहाडी चाल ही होर पासे है, तुहाडी जीवन की जुगत होर पासे। कोई घोड़े खरीदण गया है, कोई घर पहुंचा होया, किहदे नाल नवाज पढ़ीए? तुसी तो इत्थे है ही नहीं। तो साहब जी महाराज ने रस्ता दसिया, कहते जी ये तो पता नहीं किहड़े नवे बंदे आ गए। कुराइया क्या गुरु नानक साहब, कोई आखे भूतना, को कहे बताला, कोई आखे आदमी नानक विचारा। भया दीवाना शाह का नानक, बौराना हाँ हर बिन अवर न जाना। तो बड़ा औखा मार्ग है जिथे सतगुरु जी ने इनू धारण किया। सब कहते चाला नराली भगतां केरी, बिखम मार्ग चलना। जेड़े चलते हैं उन्हां दीयां निशानियां हैं, लभ, लोभ, हंकार, तज तृष्णा, बहुत नाही बोलना। लभ कहते चस्का, उन्होंने किसी प्रकार का चस्का नहीं, ना निंदा करन का चस्का ते ना निंदा सुनन का चस्का। कोई भी चस्का हो सकता है, कोई चस्का नहीं उन्होंने जी। लोभ कोई नहीं है। वंडन वाली वृत्ति परमात्मा ने जीवन दे विच बना दी है, लोभ नहीं है। जिहड़े अज लोग रब बन के बैठे हैं ना, जिहड़े बैठे भी सन भगवान बने, जेलों के विच बैठे जिहड़े, कितना लोभ है। करोड़ां अरबां रुपया उन्होंने को लोगों के कोल है, करोड़ां अरबां रुपया। कितना लोभ, कद भगत हो सकते? इत्थे निशानी दसी है गुरु साहब। सिख तो थड़के नहीं सकता, ताई सिख जुड़ता नहीं इन्हां दे नाल। जिहड़ा बाणी पढ़ेगा वो कदे इन्हां दे डेरियां ते नहीं जाएगा, क्योंकि जिहड़ा लोभी है, साहब कहते लोभी का विसाव ना कीजे। लभ, लोभ, हंकार, किसी चीज़ का हंकार नहीं।
ਹੰਕਾਰ ਹੁਣ ਗੁਰੂ ਸਾਹਿਬ ਜੀ ਦੀ ਬਾਣੀ ਤੋਂ ਸਿੱਖ ਲੈ ਸਕਦੇ ਹਾਂ ਆਪਾਂ। ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਾਉਂਦੇ ਆ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ, ਆਖਰ ਵਿੱਚ ਕਿਹੜਾ ਸ਼ਬਦ ਦਰਜ ਕੀਤਾ? ਕਹਿੰਦੇ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਿਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓ। ਕਿਸੇ ਚੀਜ਼ ਦਾ ਹੰਕਾਰ ਨਹੀਂ। ਪ੍ਰਕਾਸ਼ ਕੀਤਾ, ਸ਼ਬਦ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ। ਅਸੀਂ ਕਰਨ ਵਾਲੇ ਨਹੀਂ ਹਾਂ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਸ਼ਲੋਕ ਪੜ੍ਹਦੇ 9ਵੇਂ ਮਹੱਲੇ ਦੇ ਤੁਸੀਂ, ਉਹਦੇ ਵਿੱਚ ਗੁਰੂ ਸਾਹਿਬ ਮਹਾਰਾਜ ਨੇ 56 ਸ਼ਲੋਕ ਜਿਹੜੇ ਆ, 57 ਹਨ ਪੂਰੇ, 56 ਸ਼ਲੋਕਾਂ ਦੇ ਵਿੱਚ ਨਾਨਕ ਸ਼ਬਦ ਆਇਆ, 57 ਵਿੱਚ ਨਹੀਂ ਹੈ। ਕਹਿੰਦੇ ਤੁਹਾਨੂੰ ਮੈਂ ਰਸਤਾ ਦੱਸ ਦਿੱਤਾ, ਹੁਣ ਕਿਹਦੇ ਨਾਲ ਜੁੜਨਾ? ਰਾਮ ਨਾਮ ਔਰ ਮੈਂ ਗਏ ਹੋ ਜਾਂ ਕੇ ਸਮ ਨਹੀਂ ਕੋਏ, ਜੈ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ। ਹੁਣ ਅਸੀਂ ਨਿਕਲ ਗਏ ਹਾਂ, ਤੁਸੀਂ ਇਹਦੇ ਨਾਲ ਜੁੜ ਜਾਓ, ਰੱਬ ਅਕਾਲ ਪੁਰਖ ਦੇ ਨਾਲ ਜੁੜਨਾ ਹੈ। ਇਹ ਗੱਲ ਇੱਕ ਨੁਕਤਾ ਸਤਿਗੁਰ ਨੇ ਸਮਝਾਇਆ, ਬਾਰ-ਬਾਰ ਕਿਹਾ ਨਾਨਕ ਸ਼ਬਦ। ਆਖਰ ਵਿੱਚ ਆਖਰੀ ਸ਼ਲੋਕ ਵਿੱਚ ਕਹਿ ਦਿੱਤਾ ਵੀ ਭਾਈ ਰਾਮ ਨਾਮ ਔਰ ਮੈਂ ਗਏ, ਹਿਰਦੇ ਵਿੱਚ ਉਹਨੂੰ ਪਕੜ ਲਓ। ਜਾਂ ਕੇ ਸਮ ਨਹੀਂ ਕੋਏ, ਜਹ ਸਿਮਰਤ ਸੰਕਟ ਮਿਟੇ ਦਰਸ ਤੁਹਾਰ। ਸਾਡੀ ਪੂਜਾ ਨਹੀਂ ਕਰਨੀ, ਪੂਜਾ ਅਕਾਲ ਪੁਰਖ ਦੀ ਕਰਨੀ। ਪੂਜਾ ਕੀਚੇ ਨਾਮ ਤੇ ਆਈਏ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਇਹ ਸਾਨੂੰ ਚੀਜ਼ਾਂ ਦਿੱਤੀਆਂ। ਕਹਿੰਦੇ ਲੱਭ ਲੋਭ ਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ। ਪਿੱਛੇ ਪੜ੍ਹਿਆ ਨਾ 13ਵੀਂ ਪੌੜੀ ਦੇ ਵਿੱਚ, ਜੋ ਗੁਰੂ ਕਹਿੰਦਾ ਉਹਨੂੰ ਚੰਗਾ ਮੰਨ। ਇਹਦੇ ਵਿੱਚ ਸਾਹਿਬ ਕਹਿੰਦੇ ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ, ਕਿਸੇ ਪ੍ਰਕਾਰ ਦੀ ਤ੍ਰਿਸ਼ਨਾ ਨਹੀਂ ਹੈ, ਕਿਸੇ ਪ੍ਰਕਾਰ ਦੀ ਤ੍ਰਿਸ਼ਨਾ ਨਹੀਂ, ਕਿਉਂਕਿ ਉਸ ਮਾਰਗ ਤੇ ਚੱਲ ਗਏ। ਇੱਕ ਕਹਾਣੀ ਬੜੀ ਸੋਹਣੀ ਲਿਖੀ ਹੈ ਪ੍ਰੋਫੈਸਰ ਪੂਰਨ ਸਿੰਘ ਨੇ। ਕਹਿੰਦੇ ਇੱਕ ਰਾਜਾ ਸੀ ਤੇ ਉਹਦੀ ਜਿਹੜੀ ਘਰ ਵਾਲੀ ਸੀ ਬੜੀ ਧਰਮੀ ਸੀ, ਪਰ ਔਲਾਦ ਨਹੀਂ ਸੀ ਉਹਨਾਂ ਦੇ ਘਰ। ਤੇ ਇੱਕ ਦਿਨ ਰਾਣੀ ਨੇ ਵਾਸਤਾ ਪਾਇਆ ਵੀ ਤੁਸੀਂ ਦੂਸਰੀ ਸ਼ਾਦੀ ਕਰ ਲਓ, ਕਿਉਂਕਿ ਇਸ ਰਾਜ ਭਾਗ ਨੂੰ, ਕਿਉਂਕਿ ਰਾਜਾ ਵੀ ਧਰਮੀ ਸੀ, ਇਸ ਰਾਜ ਭਾਗ ਨੂੰ ਸੰਭਾਲਣ ਲਈ ਚੰਗੇ ਰਾਜਕੁਮਾਰ ਦੀ ਜ਼ਰੂਰਤ ਹੈ। ਤੁਹਾਡੇ ਤੋਂ ਬਾਅਦ ਕੋਈ ਰਾਜਾ ਬਣੇਗਾ ਤੇ ਤੁਹਾਡਾ ਪੁੱਤਰ ਹੋਵੇ। ਰਾਣੀ ਦੇ ਬਾਰ-ਬਾਰ ਕਹਿਣ ਤੇ ਉਹਨੇ ਦੂਸਰੀ ਸ਼ਾਦੀ ਕਰਾ ਲਈ। ਉਹ ਜਿਹੜੀ ਦੂਸਰੀ ਆਈ ਨਾ, ਨਵੀਂ ਰਾਣੀ ਜਿਹੜੀ ਆਈ, ਉਹ ਕਹਿੰਦੀ ਮੇਰੀ ਸ਼ਰਤ ਹੈ ਕਿ ਇਹ ਵੱਡੀ ਵਾਲੀ ਇੱਥੇ ਰਹਿਣੀ ਨਹੀਂ ਚਾਹੀਦੀ, ਇੱਥੇ ਨਹੀਂ ਰਹਿਣੀ ਚਾਹੀਦੀ। ਉਹ ਰਾਜੇ ਨੇ ਗੱਲ ਮੰਨ ਲਈ। ਉਹਨੇ ਵੀ ਕਿਹਾ ਕੋਈ ਗੱਲ ਨਹੀਂ, ਜਿੱਦਾਂ ਇਹ ਰਾਜੀ ਆ, ਉਹਨੂੰ ਇਹ ਅਲੱਗ ਮਕਾਨ ਬਣਾ ਕੇ ਦੇ ਦਿੱਤਾ। ਤੇ ਹੁਣ ਉਹ ਜਿਹੜੀ ਗੋਲੀ ਇੱਥੇ ਕੰਮ ਕਰਦੀ ਹੈ, ਉਹ ਰਾਣੀ ਦੇ ਘਰ ਵੀ ਜਾ ਕੇ ਕੰਮ ਕਰਦੀ। ਤੇ ਹੁਣ ਕਿਉਂਕਿ ਇਹ ਤਾਂ ਸੰਸਾਰ ਦੀ ਇੱਕ ਰੀਤ ਹੈ, ਬੰਦਾ ਆਪਣੇ ਦੁੱਖਾਂ ਕਰਕੇ ਇੰਨਾ ਦੁਖੀ ਨਹੀਂ ਹੈ ਜਿੰਨਾ ਦੂਸਰੇ ਦੇ ਸੁੱਖ ਦੇਖ ਕੇ ਦੁਖੀ ਹੈ, ਵੀ ਉਹ ਖੁਸ਼ ਕਿਉਂ ਹੈ। ਹੁਣ ਪੁੱਛਦੀ ਆ ਵੀ ਉਹ ਕਿੱਦਾਂ ਰਹਿੰਦੀ ਆ, ਉਹ ਕਹਿੰਦੀ ਬੜੀ ਖੁਸ਼ ਰਹਿੰਦੀ ਹੈ। ਫਿਰ ਉਹਨੂੰ ਪੁੱਛਦੀ ਆ, ਗੋਲੀ ਨੂੰ ਪੁੱਛਦੀ ਆ, ਦੂਜੀ ਰਾਣੀ ਜਿਹੜੀ ਆ, ਵੀ ਉਹਦੇ ਇਸ ਖੁਸ਼ ਰਹਿਣ ਦਾ ਰਾਜ ਕੀ ਹੈ। ਕਹਿੰਦੀ ਉਹਦੇ ਕੋਲ 9 ਲੱਖਾਂ ਹਾਰ ਹੈ, ਰਾਜੇ ਨੇ ਉਹਨੂੰ ਦਿੱਤਾ। ਉਹਨੇ ਫਿਰ ਕਿਸੇ ਤਰ੍ਹਾਂ ਕਰਕੇ ਵੀ 9 ਲੱਖੇ ਹਾਰ ਦਾ ਸੌਦਾ ਕਰ ਲਿਆ। ਤੇ ਵੱਡੀ ਰਾਣੀ ਬੜੀ ਸਿਆਣੀ ਸੀ, ਉਹ ਕਹਿਣ ਲੱਗੀ ਬਿਲਕੁਲ ਮੈਂ 9 ਲੱਖਾਂ ਹਾਰ ਦੇ ਦਿਆਂਗੀ, ਪਰ ਇੱਕ ਸ਼ਰਤ ਹੈ, ਇਹਦੇ ਬੱਟੇ ਮੈਨੂੰ ਕੁਝ ਦੇਣਾ ਪਏਗਾ, ਇਹਦੇ ਬਦਲੇ ਕੁਝ ਦੇਣਾ ਪਏਗਾ। ਉਹ ਕਹਿੰਦੀ ਕੀ ਚਾਹੀਦਾ? ਇੱਕ ਦਿਨ ਰਾਜੇ ਦੇ ਦਰਸ਼ਨ ਕਰਨ ਨੂੰ ਮੈਨੂੰ ਸਮਾਂ ਦੇ ਦੇ। ਇੱਕ ਦਿਨ ਮੈਂ ਰਾਜੇ ਦੇ ਦਰਸ਼ਨ ਕਰਨੇ, ਉਹਦੀ ਸੇਵਾ ਕਰਨੀ ਹੈ। ਧਰਮੀ ਸੀ ਉਹ। ਉਹਨੇ ਕਿਹਾ ਵੀ ਇਹ ਕਮਲੀ ਜੀ ਲੱਗਦੀ ਆ, ਕੀ ਹੁੰਦਾ ਇੱਕ ਦਿਨ ਦਰਸ਼ਨ ਦੇ। ਤੇ ਕਹਿੰਦੇ ਹਨ ਜਿਸ ਵੇਲੇ ਉਹ ਰਾਣੀ ਰਾਜ ਮਹਿਲ ਵਿੱਚ ਆਈ, ਪਹਿਲੀ ਰਾਣੀ ਜਿਹੜੀ ਸੀ, ਉਹਨੇ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕੀਤਾ, ਰਾਜੇ ਨੂੰ ਛਕਾਇਆ। ਜੋ ਰਾਜਾ ਛਕਦਾ ਸੀ ਉਹ ਵੀ, ਰਾਜਾ ਵੀ ਬਹੁਤ ਖੁਸ਼ ਹੋਇਆ ਤੇ ਧੰਨਵਾਦ ਕੀਤਾ ਰਾਜੇ ਦਾ ਵੀ ਤੁਸੀਂ ਸਮਾਂ ਦਿੱਤਾ, ਮੈਂ ਤੁਹਾਡੇ ਦਰਸ਼ਨ ਕੀਤੇ ਆ। ਰਾਜਾ ਕਹਿਣ ਲੱਗਾ ਨਹੀਂ, ਇਹ ਦੂਜੀ ਰਾਣੀ ਦੇ ਕਹਿਣ ਤੇ ਉੱਪਰ ਮੈਂ ਤੈਨੂੰ ਬੁਲਾਇਆ ਹੈ, ਇਹਦਾ ਸ਼ੁਕਰ ਕਰ। ਕਹਿੰਦੀ ਇਹਦਾ ਸ਼ੁਕਰ ਨਹੀਂ ਕਰਨਾ, ਇਹਨੇ ਤੇਰੇ ਦਰਸ਼ਨ ਵੇਚ ਦਿੱਤੇ ਆ। 9 ਲੱਖੇ ਹਾਰ ਦੇਖੀ, ਇਹਨੇ ਤੇਰੇ ਦਰਸ਼ਨ ਵੇਚ ਦਿੱਤੇ ਆ।
ਤੇ ਰਾਜਾ ਫਿਰ ਕਹਿਣ ਲੱਗਾ ਠੀਕ ਹੈ। ਦੂਜੀ ਰਾਣੀ ਨੂੰ ਕਹਿਣ ਲੱਗਾ ਜੋ ਪ੍ਰਮਾਤਮਾ ਕਰੇਗਾ ਚੰਗੀ ਗੱਲ ਹੈ, ਪਰ ਤੈਨੂੰ 9 ਲੱਖਾਂ ਹਾਰ ਮੁਬਾਰਕ ਹੈ, ਹੁਣ ਤੂੰ ਮਹਿਲ ਛੱਡ ਕੇ ਇੱਥੋਂ ਚਲੇ ਜਾ। ਇਹ ਇੱਥੇ ਰਹੇਗੀ ਹੁਣ ਪਹਿਲੀ ਰਾਣੀ ਜਿਹੜੀ, ਕਿਉਂਕਿ ਤੇਰੇ ਅੰਦਰ ਤ੍ਰਿਸ਼ਨਾ ਹੈ। ਤੇ ਉਹ ਕਿੱਥੋਂ ਭਗਤ ਹੋ ਸਕਦਾ ਜਿਹੜਾ ਅੰਦਰ ਤ੍ਰਿਸ਼ਨਾਲੂ ਹੈ। ਸਾਹਿਬ ਕਹਿੰਦੇ ਹਨ ਭਗਤ ਦੀ ਨਿਸ਼ਾਨੀ ਹੈ ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਉਹ ਬੋਲਦਾ ਨਹੀਂ ਕਿ ਮੈਂ ਇੰਨੇ ਵਜੇ ਉੱਠਿਆ, ਅੱਜ ਅੰਮ੍ਰਿਤ ਵੇਲੇ ਉੱਠਿਆ, ਲੋਕਾਂ ਨੂੰ ਦੱਸਦਾ। ਤੁਹਾਨੂੰ ਪਤਾ ਕਿ ਇੰਨੀ ਗੁਰਬਾਣੀ ਦੇ ਵਿੱਚ ਇੰਨੇ ਪਾਠ ਆ, ਤੁਹਾਨੂੰ ਨਹੀਂ ਪਤਾ, ਮੈਨੂੰ ਪਤਾ, ਮੈਂ ਉਹ ਫਿਰ ਉਹ ਬਹੁਤ ਨਾਹੀ ਬੋਲਣਾ, ਫਿਰ ਲੋਕਾਂ ਨੂੰ ਦੱਸਦਾ ਨਹੀਂ ਹੈ। ਉਹ ਕਮਾ ਲੈਂਦਾ ਤੇ ਉਹਨੂੰ ਦੇਖ ਕੇ ਲੋਕ ਆਪਣਾ ਜੀਵਨ ਸੁਧਾਰ ਲੈਂਦੇ। ਉਹ ਇੱਥੇ ਲੈਕਚਰਬਾਜ਼ੀ ਨਹੀਂ ਕਰਦਾ, ਲੋਕਾਂ ਨੂੰ ਦੱਸਦਾ ਨਹੀਂ ਹੈ। ਮੈਂ ਨਹੀਂ ਕਰਦਾ ਕਿ ਮੈਨੂੰ ਹੀ ਪਤਾ, ਦੂਸਰੇ ਨੂੰ ਨਹੀਂ ਪਤਾ। ਜਬ ਲਗ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਕੇ। ਇਹ ਹੋ ਗਿਆ ਹੰਕਾਰ, ਬੋਲਣ ਲੱਗ ਗਿਆ। ਮੈਂ ਇੰਨੇ ਵਜੇ ਅੰਮ੍ਰਿਤ ਵੇਲੇ ਉੱਠਿਆ, ਮੈਂ ਆਹ ਕੀਤਾ, ਉਹ ਖਤਮ ਹੋ ਗਿਆ ਸਭ ਕੁਛ। ਬਹੁਤਾ ਬੋਲਣ ਝੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ। ਤੇ ਉਹ ਤਾਂ ਸਤਿਗੁਰੂ ਜਾਣਦਾ। ਕਹਿੰਦੇ ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਇਹ ਬੜਾ ਔਖਾ ਕੰਮ ਹੈ। ਭਗਤੀ ਬੜੀ ਔਖੀ ਆ। ਕਹਿੰਦੇ ਖੰਨਿਓ ਤਿੱਖੀ ਬਾੜੋ ਨਿੱਕੀ। ਹੁਣ ਤਲਵਾਰ ਜਿਹੜੀ ਹੈ ਨਾ, ਕਿਸੇ ਨੂੰ ਮਾਰੋਗੇ, ਕਿਰਪਾਨ ਮਾਰੋਗੇ ਤੇ ਉਹਨੂੰ ਜ਼ਖਮ ਕਰ ਦਿੰਦੀ ਹੈ। ਪਰ ਉਹੀ ਕਿਰਪਾਨ ਦੀ ਧਾਰ ਦੇ ਉੱਪਰ, ਖੰਡੇ ਦੀ ਧਾਰ ਦੇ ਉੱਪਰ ਤੁਸੀਂ ਪਾਣੀ ਦੀ ਬੂੰਦ ਪਾ ਦਿਓ, ਉਹਦੇ ਉੱਪਰੋਂ ਤਿਲਕ ਕੇ ਥੱਲੇ ਚਲੇ ਜਾਏ, ਉਹ ਟਿਕਦੀ ਨਹੀਂ, ਇੰਨੀ ਤਿੱਖੀ ਹੈ। ਬਾਲ ਕਿੰਨਾ ਬਰੀਕ ਹੁੰਦਾ ਹੈ। ਇੰਨਾ ਔਖਾ ਹੈ ਮਾਰਗ, ਇਹ ਬਹੁਤ ਔਖਾ ਮਾਰਗ ਹੈ। ਖੰਨਿਓ ਤਿੱਖੀ ਬਾੜੋ ਨਿੱਕੀ ਏਤ ਮਾਰਗ ਜਾਣਾ। ਇਸ ਮਾਰਗ ਤੇ ਚੱਲਣਾ ਬੜਾ ਔਖਾ ਹੈ, ਤਿਲਕਣਬਾਜ਼ੀ ਹੈ, ਕਦੇ ਵੀ ਤਿਲਕ ਸਕਦਾ ਬੰਦਾ। ਤੇ ਉਹ ਕਿੱਦਾਂ ਹੋ ਸਕਦਾ? ਗੁਰੂ ਸਾਹਿਬ ਕਹਿੰਦੇ ਇਹ ਕਿੱਦਾਂ ਬਣ ਸਕਦੀ ਹੈ ਅਵਸਥਾ? ਕਹਿੰਦੇ ਗੁਰ ਪ੍ਰਸਾਦੀ ਜਿਨੀ ਆਪ ਤਜਿਆ। ਜਿਨ੍ਹਾਂ ਨੇ ਆਪਣੇ ਆਪ ਦਾ ਤਿਆਗ ਕੀਤਾ, ਹਰ ਵਾਸਨਾ ਸਮਾਣੀ, ਉਹ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਗਿਆ। ਵਾਸਨਾਵਾਂ ਖਤਮ ਹੋ ਗਈਆਂ ਜੀਵਨ ਦੀਆਂ। ਪਰਮਾਤਮਾ ਅਕਾਲ ਪੁਰਖ ਦੀ ਰਹਿਮਤ ਜੀਵਨ ਦੇ ਵਿੱਚ ਬਣ ਗਈ। ਆਪਣੇ ਜਿਹੜੇ 5 ਰੋਗ ਸਨ, ਹੰਕਾਰ ਵੀ ਖਤਮ ਹੋ ਗਿਆ। ਸੋ ਗੁਣ ਮੇਰੋ ਪ੍ਰਭ ਜੀ ਕੀਨ, 5 ਦੋਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੇ। ਗੁਰ ਪ੍ਰਸਾਦੀ ਜਿਨੀ ਆਪ ਤਜਿਆਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਬਿਲਕੁਲ ਨਿਰਾਲੀ ਹੈ, ਵੱਖਰੀ ਹੈ, ਸਦੀਆਂ ਤੋਂ ਹੈ, ਸਦਾ ਹੀ ਉਹਨਾਂ ਦੀ ਚਾਲ ਜਿਹੜੀ ਹੈ ਨਿਰਾਲੀ ਰਹਿੰਦੀ ਹੈ। ਤੇ ਉਹ ਭਗਤ ਪ੍ਰਭੂ ਦੇ ਪਿਆਰੇ ਹਨ। ਤੇ ਜਿਹੜੇ ਪ੍ਰਭੂ ਦੇ ਭਗਤ ਬਣ ਗਏ, ਤੇ ਸਾਹਿਬ ਜੀ ਕਹਿੰਦੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀ। ਉਹ ਧੁਰ ਤੋਂ ਰੱਖਦਾ ਆਇਆ, ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜੀ, ਉਹ ਹਰਨਾਕਸ਼ ਮਾਰ ਪਚਾਇਆ। ਕਿੰਨੀਆਂ ਉਦਾਹਰਨਾਂ ਭਗਤਾਂ ਦੀਆਂ ਗੁਰੂ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀਆਂ। ਉਹ ਭਗਤ ਸਨ, ਭਗਤ ਕਬੀਰ ਸਾਹਿਬ ਜੀ, ਰਵਿਦਾਸ ਜੀ। ਕਿਉਂਕਿ ਉਹਨਾਂ ਨੂੰ ਸਰੀਰਕ ਤੌਰ ਤੇ ਰਹਿੰਦੇ ਆ ਇੰਨਾ ਮਾਣ ਨਹੀਂ ਮਿਲਿਆ। ਅੱਜ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉੱਥੇ ਉਹ ਭਗਤ ਵੀ ਪਹੁੰਚ ਗਏ। 15 ਭਗਤਾਂ ਦੀ ਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਜਿਨ੍ਹਾਂ ਨੇ ਸਾਨੂੰ ਸੇਧ ਦਿੱਤੀ ਹੈ, ਗੁਰਮਤਿ ਦਿੱਤੀ ਹੈ, ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਇਹ ਭਗਤ ਅਸੀਂ ਜਣੇ ਖਾਣ ਨੂੰ ਲਓ ਜੀ, ਇਹ ਭਗਤ ਹੈ, ਫਲਾਣਾ ਸੰਤ ਹੈ, ਇਹ ਜੀ ਬ੍ਰਹਮ ਗਿਆਨੀ ਹੈ। ਬੜਾ ਸੋਹਣਾ ਇੱਕ ਮਹਾਂਪੁਰਖ ਕਿਹਾ ਕਰਦੇ ਆ, ਕਹਿੰਦੇ ਅਸੀਂ ਜਣੇ ਖਾਣੇ ਨੂੰ ਕਹਿ ਦਿੰਦੇ ਆ ਬ੍ਰਹਮ ਗਿਆਨੀ, ਵੀ ਤੂੰ ਬਣ ਗਿਆ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਤੇ ਉਹੀ ਜਾਣ ਸਕਦਾ। ਅੱਜ ਤਾਂ ਛੋਟੀ ਮੋਟੀਆਂ ਗੱਲਾਂ, ਇਹ ਤਾਂ ਛੋਟੇ ਛੋਟੇ ਰਹਿ ਗਏ ਨਾ। ਭਗਤ ਸੰਤ ਆ ਤਾਂ ਰੱਬ ਬਣ ਕੇ ਬਹਿ ਗਏ, ਲੋਕ ਭਗਵਾਨ ਬਣ ਕੇ ਬਹਿ ਗਏ। ਸਤਿਗੁਰੂ ਮਹਾਰਾਜ ਕਿਰਪਾ ਕਰਦੇ, ਕਹਿੰਦੇ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੇ। ਤੇ ਉਹਨਾਂ ਦੀ ਚਾਲ ਇਸ ਕਰਕੇ ਆ, ਅਗਲੀ ਪੌੜੀ ਵਿੱਚ ਗੁਰੂ ਸਾਹਿਬ ਜੀ ਦੱਸਣਗੇ। ਤੇ ਕਿਉਂਕਿ ਉਹ ਪ੍ਰਭੂ ਦੇ ਭਾਣੇ ਵਿੱਚ ਚੱਲਦੇ ਆ। ਜਿਉਂ ਤੂੰ ਚਲਾ ਹੈ ਤਿਵ ਚਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।